ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ। ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ। ਉਗਰ ਸੈਣ ਕੋ ਰਾਜ, ਆਪੈ ਭਗਤਾਂ ਜਨ ਦਿਓ। ਕਾਲ ਜੁਗ ਪ੍ਰਮਾਣ ਨਾਨਕ, ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬ ਚਲਿਆ ਟਲ, ਆਦ ਪੁਰਖ ਫਰਮਾਇਓ। ਸ੍ਰੀ ਗੁਰੂ ਰਾਜ ਅਬ ਚਲਿਆ ਟਲ, ਆਦ ਪੁਰਖ ਫਰਮਾਇਓ। ਸਾਹਿਬੇ ਇਕਬਾਤ, ਸਾਹਿਬੇ ਕਮਾਲ, ਸਾਹਿਬੇ ਬਰਕਤ, ਮੁਰਸ਼ਦੇ ਕਾਮਲ, ਨੂਰੇ ਨਜ਼ਰ, ਰੋਸ਼ਨੇ ਚਿਰਾਗ, ਵਾਲੀਏ ਕੁਲ ਆਲਮ, ਸਰਵਰੇ ਕਾਇਨਾਤ। ਸਾਰੀ ਕਾਇਨਾਤ ਦੇ ਸਾਂਝੇ ਰਹਿਬਰ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਸਤਿਗੁਰੂ ਦਸਾਂ ਪਾਤਸ਼ਾਹੀਆਂ ਜੀ ਦੀ ਪਾਵਨ ਪਵਿੱਤਰ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ, ਅਠਵੇਂ ਨਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸੰਗਤ ਰੂਪ ਦੇ ਵਿੱਚ ਆਪ ਸਭ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ। ਚੱਲ ਰਹੀ ਲੜੀਵਾਰ ਕਥਾ ਜੋ ਆਪ ਜੀ ਨਿਤਾ ਪ੍ਰਤੀ ਸਰਵਣ ਕਰਦੇ ਹੋ, ਆਓ ਸਤਿਗੁਰਾਂ ਦੀਆਂ ਅਸੀਸਾਂ ਲੈ ਕੇ ਅੱਜ ਦਾ ਜੋ ਸਤਿਗੁਰੂ ਜੀ ਨੇ ਸਾਨੂੰ ਲੜੀਵਾਰ ਸ਼ਬਦ ਬਖਸ਼ਿਆ ਹੈ ਵਿਚਾਰ ਵਾਸਤੇ, ਉਸ ਦੇ ਵਿਚਾਰ ਸਤਿਗੁਰਾਂ ਦੇ ਨਿੱਘੇ ਗੋਦ ਦੇ ਵਿੱਚ ਬੈਠ ਕੇ ਪ੍ਰਾਰੰਭ ਕਰੀਏ। ਸਤਿਗੁਰੂ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਸ਼ਬਦ ਗੌੜੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 183 ਤੇ ਸੁਭਾਏਮਾਨ ਹੈ। ਸਤਿਗੁਰੂ ਜੀ ਪਹਿਲੀ ਪੰਕਤੀ ਦੇ ਵਿੱਚ ਫਰਮਾ ਰਹੇ ਹਨ, ਸਾਧ ਸੰਗ ਜਪਿਓ ਭਗਵੰਤ। ਸੰਗਤ ਦੀ, ਸਾਧ ਸੰਗਤ ਜੀ ਬੜੀ ਮਹਾਨਤਾ ਹੈ, ਬੜੀ ਵਡਿਆਈ ਹੈ। ਚੰਗੀ ਸੰਗਤ ਪ੍ਰਾਪਤ ਹੋ ਜਾਵੇ ਤਾਂ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ओए भी चंदन होए रहे बसे जो चंदन पास।
ਚੰਦਨ ਦੀ ਸੰਗਤ ਕਰਕੇ ਨਿਕੰਮੇ ਬੂਟੇ ਜਿਹੜੇ ਨੇ ਢਾਕ ਪਲਾਸ ਵਰਗੇ, ਉਹ ਵੀ ਚੰਦਨ ਦਾ ਰੂਪ ਹੋ ਜਾਂਦੇ ਹਨ। ਇਹ ਚੰਦਨ ਦੀ ਸੰਗਤ ਹੈ। ਪਰ ਨਾਲ ਹੀ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਜਿੱਥੇ ਚੰਗੀ ਸੰਗਤ ਕਰਨੀ ਹੈ, ਗੁਰਮੁਖਾਂ ਦੀ ਸੰਗਤ ਕਰਨੀ ਹੈ, ਉਥੇ ਮਨਮੁਖਾਂ ਦੀ ਸੰਗਤ ਤੋਂ ਬਚਣਾ ਹੈ। ਕਿਉਂਕਿ ਮਨਮੁਖ ਦੀ ਸੰਗਤ ਇੱਕ ਕਾਲੇ ਭਾਂਡੇ ਵਰਗੀ ਹੈ। ਜਿਸ ਤਰ੍ਹਾਂ ਕਾਲੇ ਭਾਂਡੇ ਨੂੰ ਛੂਹਿਆ, ਕਾਲੇ ਭਾਂਡੇ ਨੂੰ ਟੱਚ ਕੀਤਿਆਂ ਮਾੜਾ ਮੋਟਾ ਸਾਧ ਸੰਗਤ ਜੀ ਦਾਗ ਲੱਗ ਹੀ ਜਾਂਦਾ ਹੈ ਕੱਪੜਿਆਂ ਦੇ ਉੱਤੇ, ਸਰੀਰ ਦੇ ਉੱਤੇ। ਸਤਿਗੁਰੂ ਕਿਰਪਾ ਕਰਦੇ ਹਨ, ਬਿਸਰ ਗਈ ਸਭ ਤਾਤ ਪਰਾਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਹੇ ਪ੍ਰਭੂ, ਮੇਰੇ ਅੰਦਰੋਂ ਈਰਖਾ ਸਾੜਾ ਖਤਮ ਹੋ ਗਿਆ ਹੈ। ਤਾਤ ਪਰਾਈ, ਤਾਤ ਭਾਵ ਕੇ ਈਰਖਾ। ਜਬ ਤੇ ਸਾਧ ਸੰਗਤ ਪਾਈ, ਜਦੋਂ ਦੀ ਮੈਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ, ਜਦੋਂ ਦੀ ਮੈਂ ਗੁਰਮੁਖਾਂ ਦੀ ਸੰਗਤ ਕਰਨ ਲੱਗ ਪਿਆ ਹਾਂ, ਮੇਰੇ ਅੰਦਰੋਂ ਈਰਖਾ ਖਤਮ ਹੋ ਗਈ। ਬਨਸਪਤੀ ਨੇ ਵੀ ਸਾਧ ਸੰਗਤ ਜੀ ਸੰਗਤ ਦਾ ਅਸਰ ਕਬੂਲ ਕੀਤਾ ਹੈ। ਜਿਸ ਤਰ੍ਹਾਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਬਦਲ ਲੈਂਦਾ ਹੈ। ਸਤਿਗੁਰ ਫਰਮਾਉਂਦੇ ਨੇ, ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਵੱਡੇ ਭਾਗਾਂ ਦੇ ਨਾਲ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਔਰ ਸਾਧ ਸੰਗਤ ਦੇ ਵਿੱਚ ਜੁੜਿਆ ਭੈੜੀ ਮਤ ਦਾ, ਦੁਰਮਤ ਦਾ ਨਾਸ਼ ਹੋ ਜਾਂਦਾ ਹੈ। ਤਿਨ ਕੀ ਧੂਰ ਨਾਨਕ ਦਾਸ ਬੰਛ ਹੈ, ਜਿਨ ਹਰ ਨਾਮ ਹਿਰਦੈ ਪਰੋਈ। ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਨਾਨਕ ਦਾਸ ਮੰਗਦਾ ਹੈ, ਜਿਨ੍ਹਾਂ ਨੇ ਸੰਗਤ ਦੇ ਵਿੱਚ ਬੈਠ ਕੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋਇਆ ਹੈ, ਵਸਾਇਆ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ, ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਭਾਵੇਂ ਕੋਈ ਕਰੋੜਾਂ ਤੀਰਥਾਂ ਤੇ ਇਸ਼ਨਾਨ ਕਰ ਲਵੇ, ਪਰ ਤੀਰਥਾਂ ਦੇ ਇਸ਼ਨਾਨ ਕੀਤਿਆਂ ਸਾਧ ਸੰਗਤ ਜੀ ਕੇਵਲ ਮਨ ਦੀ ਗੰਦਗੀ ਤੇ ਦੂਰ ਕੀ ਹੋਣੀ ਹੈ, ਸਰੀਰ ਦੀ ਗੰਦਗੀ ਦੂਰ ਹੁੰਦੀ ਹੈ, ਮਨ ਦੀ ਗੰਦਗੀ ਦੂਰ ਨਹੀਂ ਹੁੰਦੀ। ਮਨ ਦੀ ਗੰਦਗੀ ਕਿਸ ਤਰ੍ਹਾਂ ਦੂਰ ਹੋਣੀ ਹੈ? ਸਤਿਗੁਰ ਫਰਮਾਉਂਦੇ ਨੇ ਵੀ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਭਾਈ ਇਸ਼ਨਾਨ ਕਰ। ਜਦੋਂ ਸਾਧ ਸੰਗਤ ਦੇ ਵਿੱਚ ਆ ਕੇ ਬੈਠੇਗਾ, ਕਥਾ ਕੀਰਤਨ ਸਰਵਣ ਕਰੇਗਾ, ਤਾਂ ਫਿਰ ਜਿੱਥੇ ਤੇਰਾ ਸਰੀਰ ਪਵਿੱਤਰ ਹੋਵੇਗਾ, ਉੱਥੇ ਤੇਰਾ ਮਨ ਵੀ ਪਵਿੱਤਰ ਹੋ ਜਾਵੇਗਾ, ਤੇਰੇ ਮਨ ਦਾ ਵੀ ਇਸ਼ਨਾਨ ਹੋ ਜਾਵੇਗਾ। ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਸਾਧ ਸੰਗਤ ਦੇ ਵਿੱਚ ਜੋ ਹਰੀ ਦੇ ਗੁਣ ਗਾਏਗਾ, ਸੁਣੇਗਾ, ਸੋ ਨਿਰਮਲ ਕਰ ਲੀਜੈ, ਉਹ ਆਪਣਾ ਮਨ ਨਿਰਮਲ ਕਰ ਲਵੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਸਾਧ ਸੰਗ ਜਪਿਓ ਭਗਵੰਤ। ਸਾਧ ਸੰਗਤ ਦੇ ਵਿੱਚ ਭਾਈ ਬੈਠ ਕੇ ਭਗਵੰਤ ਨੂੰ ਭਾਵ ਕੇ ਪਰਮਾਤਮਾ ਨੂੰ ਜਪਿਆ ਕਰ, ਉਸ ਦੀ ਭਜਨ ਬੰਦਗੀ ਕਰਿਆ ਕਰ। ਗੁਰਮੁਖੋ, ਪਾਣੀ ਦੀ ਬੂੰਦ ਪਹਾੜਾਂ ਦੇ ਵਿੱਚੋਂ ਨਿਕਲਦੀ ਆ, ਪਹਾੜਾਂ ਦਾ ਸੀਨਾ ਪਾੜ ਕੇ। ਔਰ ਇੱਕ ਪਾਣੀ ਦੀ ਬੂੰਦ ਦਾ ਟਾਰਗੇਟ ਕੀ ਹੈ, ਉਸ ਦੀ ਮੰਜ਼ਿਲ ਕੀ ਹੈ? ਸਮੁੰਦਰ ਤੱਕ ਪਹੁੰਚਣਾ, ਸਮੁੰਦਰ ਦੇ ਨਾਲ ਮਿਲਾਪ। ਪਰ ਇੱਕ ਇਕੱਲੀ ਪਾਣੀ ਦੀ ਬੂੰਦ ਸਮੁੰਦਰ ਤੱਕ ਨਹੀਂ ਪਹੁੰਚ ਸਕਦੀ, ਸੁੱਕ ਜਾਵੇਗੀ। ਪਹਾੜਾਂ ਦੇ ਵਿੱਚੋਂ ਨਹੀਂ ਨਿਕਲ ਸਕਦੀ, ਪਹਾੜਾਂ ਦਾ ਸੀਨਾ ਨਹੀਂ ਪਾੜ ਸਕਦੀ। ਪਹਾੜਾਂ ਦੇ ਵਿੱਚੋਂ ਨਹੀਂ ਨਿਕਲ ਸਕਦੀ, ਪਹਾੜਾਂ ਦਾ ਸੀਨਾ ਨਹੀਂ ਪਾੜ ਸਕਦੀ। ਇੱਕ ਬੂੰਦ ਨੂੰ ਕਰੋੜਾਂ ਬੂੰਦਾਂ ਦਾ ਸਹਾਰਾ ਲੈਣਾ ਪੈਂਦਾ ਹੈ। ਦੂਸਰੀਆਂ ਬੂੰਦਾਂ ਦਾ ਸਹਾਰਾ ਲੈ ਕੇ ਉਸ ਦਾ ਸਫ਼ਰ ਸੌਖਾ ਤੈਅ ਹੋ ਜਾਂਦਾ ਹੈ। ਲੱਖਾਂ ਮੀਲ ਪੈਂਡਾ ਜਿਹੜਾ ਹੈ ਸੌਖਾ ਤੈਅ ਕਰ ਲੈਂਦੀ ਹੈ ਪਾਣੀ ਦੀ ਬੂੰਦ, ਦੂਸਰੀਆਂ ਬੂੰਦਾਂ ਦਾ ਸਹਾਰਾ ਲੈ ਕੇ। ਇਸੇ ਪ੍ਰਕਾਰ ਸਤਿਗੁਰ ਫਰਮਾਉਂਦੇ ਨੇ ਕਿ ਭਾਈ ਜਦੋਂ ਤੂੰ ਗੁਰੂ ਘਰ ਆ ਕੇ ਬੈਠੇਗਾ, ਸਾਧ ਸੰਗਤ ਦੇ ਵਿੱਚ ਜੁੜੇਗਾ, ਤਾਂ ਫਿਰ ਦੂਸਰੇ ਗੁਰਮੁਖਾਂ ਦਾ ਸੰਗ ਕਰਕੇ ਤੇਰਾ ਵੀ ਇਹ ਸਫ਼ਰ ਜਿਹੜਾ ਹੈ ਨਾ ਪਰਮਾਤਮਾ ਰੂਪੀ ਸਮੁੰਦਰ ਤੱਕ ਪਹੁੰਚਣ ਦਾ, ਇਹ ਤੇਰਾ ਸੌਖਾ ਤੈਅ ਹੋ ਜਾਵੇਗਾ।
ਕੇਵਲ ਨਾਮ ਦਿਓ ਗੁਰਮੰਤ। ਪੰਚਮ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਨੇ ਕਿਰਪਾ ਕਰਕੇ ਮੈਨੂੰ ਸਾਧ ਸੰਗਤ ਦੇ ਵਿੱਚ ਨਾਮ ਰੂਪੀ ਮੰਤਰ ਦੀ ਬਖਸ਼ਿਸ਼ ਕਰ ਦਿੱਤੀ ਹੈ। ਹੁਣ ਮੈਨੂੰ ਨਾਮ ਦੀ ਦਾਤ ਬਖਸ਼ ਦਿੱਤੀ ਹੈ। ਤਜ ਅਭਿਮਾਨ ਭਏ ਨਿਰਵੈਰ। ਗੁਰਮੁਖ ਜੋ ਸੰਗਤ ਕਰਦੇ ਹਨ, ਪ੍ਰਭੂ ਦਾ ਨਾਮ ਸੁਣਦੇ ਹਨ, ਪ੍ਰਭੂ ਦੇ ਜਸ ਗਾਇਨ ਕਰਦੇ ਹਨ, ਸਤਿਗੁਰੂ ਕਿਰਪਾ ਕਰਦੇ ਨੇ ਕਿ ਤਜ ਅਭਿਮਾਨ ਭਏ ਨਿਰਵੈਰ। ਉਹ ਆਪਣਾ ਹੰਕਾਰ ਛੱਡ ਕੇ, ਆਪਣੇ ਅਭਿਮਾਨ ਨੂੰ ਤਿਆਗ ਕੇ, ਆਪਣੀ ਹਉਮੈ ਤੋਂ ਮੁਕਤ ਹੋ ਕੇ ਭਏ ਨਿਰਵੈਰ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਫਿਰ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਕੋਈ ਵੈਰ ਭਾਵਨਾ ਨਹੀਂ ਰਹਿੰਦੀ। ਉਹ ਤਾਂ ਫਿਰ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਪ੍ਰਭੂ ਦੇ ਦਰਸ਼ਨ ਕਰਦੇ ਹਨ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਉਹ ਤਾਂ ਫਿਰ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੀ ਦੇਖਦੇ ਹਨ। ਭਾਈ ਕਨ੍ਹਈਆ ਜੀ ਵਾਲੀ ਦ੍ਰਿਸ਼ਟੀ ਬਣ ਜਾਂਦੀ ਉਹਨਾਂ ਦੀ। ਪਰ ਸਾਧ ਸੰਗਤ ਜੀ, ਸਤਿਗੁਰੂ ਕਿਰਪਾ ਕਰਦੇ ਨੇ ਤਜ ਅਭਿਮਾਨ। ਇਹ ਸੰਗਤ ਦੀ ਬੜੀ ਵਡਿਆਈ ਹੈ। ਹੰਕਾਰ ਤੋਂ ਛੁਟਕਾਰਾ ਹੋ ਜਾਂਦਾ ਹੈ। ਹੰਕਾਰ ਦੀ ਕੰਧ ਕਰਕੇ ਸਾਧ ਸੰਗਤ ਜੀ ਸਾਨੂੰ ਪਰਮਾਤਮਾ ਦਿਖਾਈ ਨਹੀਂ ਦਿੰਦਾ। ਸਾਡੇ ਮਨ ਰੂਪੀ ਸ਼ੀਸ਼ੇ ਦੇ ਉੱਤੇ ਹੰਕਾਰ ਦੀ ਮੈਲ ਜੰਮੀ ਪਈ ਹੈ। ਪਰਮਾਤਮਾ ਸਾਡੇ ਅੰਦਰ ਹੀ ਹੈ, ਬਾਹਰ ਵੀ ਹੈ ਤੇ ਅੰਦਰ ਵੀ ਹੈ। ਪਰਮਾਤਮਾ ਨੂੰ ਲੱਭਣ ਵਾਸਤੇ ਕਿਤੇ ਜੰਗਲਾਂ ਦੇ ਵਿੱਚ ਭਟਕਣ ਦੀ ਲੋੜ ਨਹੀਂ। ਸਤਿਗੁਰ ਫਰਮਾਉਂਦੇ ਨੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ। ਹੇ ਭਾਈ ਜੀ, ਜੰਗਲਾਂ ਦੇ ਵਿੱਚ ਕਿਉਂ ਭਟਕਦਾ ਫਿਰਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਉਹ ਤੇ ਤੇਰੇ ਅੰਦਰ ਹੀ ਹੈ। ਬਾਬਾ ਬੁੱਲੇ ਸ਼ਾਹ ਪੰਜਾਬ ਦੇ ਪ੍ਰਸਿੱਧ ਸੂਫੀ ਫਕੀਰ ਹੋਏ ਨੇ। ਬਾਬਾ ਬੁੱਲੇ ਸ਼ਾਹ ਲਿਖਦੇ ਨੇ ਕਿ ਬੁੱਲਿਆ ਮੰਦਰ ਢਾ ਦੇ, ਮਸਜਿਦ ਢਾ ਦੇ ਜੋ ਕੁਛ ਢਾਈਂਦਾ, ਇੱਕ ਨਾ ਢਾਵੀਂ ਦਿਲ ਬੰਦੇ ਦਾ, ਤੇਰਾ ਰੱਬ ਦਿਲਾਂ ਵਿੱਚ ਰਹਿੰਦਾ। ਉਹ ਪਰਮਾਤਮਾ ਤੇਰੇ ਦਿਲ ਦੇ ਵਿੱਚ, ਸਾਰਿਆਂ ਦੇ ਵਿੱਚ ਹੈ। ਇਸ ਕਰਕੇ ਕਿਸੇ ਦੇ ਨਾਲ ਮਾੜਾ ਬੋਲ ਨਾ ਬੋਲ। ਤੇਰੇ ਮਨ ਰੂਪੀ ਸ਼ੀਸ਼ੇ ਦੇ ਉੱਤੇ ਹੰਕਾਰ ਦੀ ਮੈਲ ਜੰਮ ਗਈ ਹੈ ਤੇ ਹੰਕਾਰ ਦੀ ਮੈਲ ਕਰਕੇ ਤੈਨੂੰ ਪ੍ਰਭੂ ਦਿਸਦਾ ਨਹੀਂ। ਅਸੀਂ ਪੜ੍ਹਦੇ ਹਾਂ, ਸਤਿਗੁਰੂ ਕਿਰਪਾ ਕਰਦੇ ਨੇ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਆ ਉਹ ਧੋਏ। ਭਰੀਏ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਇਹ ਮੱਤ ਜਿਹੜੀ ਹੈ ਨਾ ਸਾਧ ਸੰਗਤ ਜੀ, ਇਹ ਮਨ ਸਾਬਣ ਦੇ ਨਾਲ ਨਹੀਂ ਧੋਤਾ ਜਾ ਸਕਦਾ। ਕੱਪੜੇ ਦੇ ਧੋ ਲਾਂਗੇ, ਆਪਣਾ ਸਰੀਰ ਸਾਫ਼ ਕਰ ਲਾਂਗੇ ਪਾਣੀ ਦੇ ਨਾਲ, ਸਾਬਣ ਦੇ ਨਾਲ, ਪਰ ਹਉਮੈ ਤੋਂ ਛੁਟਕਾਰਾ ਕਿਸ ਤਰ੍ਹਾਂ ਹੋਣਾ ਹੈ? ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਕਠਾਏ। ਗੁਰੂ ਦਾ ਸਿੱਖ ਹੰਕਾਰੀ ਨਹੀਂ ਹੋ ਸਕਦਾ। ਜਿਹੜਾ ਪ੍ਰਭੂ ਦੇ ਰਸਤੇ ਤੇ ਚੱਲਦਾ ਨਾ, ਰੱਬ ਦਾ ਪਿਆਰਾ, ਉਹ ਹੰਕਾਰੀ ਨਹੀਂ ਹੋ ਸਕਦਾ। ਕਿਉਂਕਿ ਸਤਿਗੁਰ ਫਰਮਾਉਂਦੇ ਨੇ ਕਿ ਹਉਮੈ ਤੇ ਪ੍ਰਭੂ ਦਾ ਨਾਮ ਇੱਕੋ ਸਮੇਂ ਸਾਡੇ ਹਿਰਦੇ ਦੇ ਵਿੱਚ ਨਹੀਂ ਰਹਿ ਸਕਦੇ। ਇੱਕ ਸਮੇਂ ਸਾਡੇ ਹਿਰਦੇ ਦੇ ਵਿੱਚ ਇੱਕੋ ਹੀ ਚੀਜ਼ ਰਹਿ ਸਕਦੀ ਹੈ, ਜਾਂ ਤੇ ਫਿਰ ਹਉਮੈ ਤੇ ਜਾਂ ਫਿਰ ਪ੍ਰਭੂ ਦਾ ਨਾਮ। ਪਰ ਦੋਵੇਂ ਚੀਜ਼ਾਂ ਸਾਡੇ ਹਿਰਦੇ ਦੇ ਵਿੱਚ ਇੱਕੋ ਸਮੇਂ ਨਹੀਂ ਰਹਿ ਸਕਦੀਆਂ। ਬਿਲਕੁਲ ਜਿਸ ਤਰ੍ਹਾਂ ਮਿਆਨ ਦੇ ਵਿੱਚ ਸਾਧ ਸੰਗਤ ਜੀ ਦੋ ਤਲਵਾਰਾਂ ਨਹੀਂ ਨਾ ਸਮਾਉਂਦੀਆਂ, ਮਿਆਨ ਦੇ ਵਿੱਚ ਇੱਕੋ ਤਲਵਾਰ ਸਮਾਉਂਦੀ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਕਠਾਏ। ਹਉਮੈ ਵਿੱਚ ਸੇਵਾ ਨਾ ਹੋਵਈ, ਤਾਂ ਮਨ ਬਿਰਥਾ ਜਾਏ। ਹਉਮੈ ਦੇ ਵਿੱਚ ਕੀਤੀ ਹੋਈ ਸੇਵਾ ਸਾਧ ਸੰਗਤ ਜੀ ਖਾਲੀ ਚਲੇ ਜਾਂਦੀ ਹੈ। ਮਨ ਜਿਹੜਾ ਨਾ, ਸਾਡਾ ਮਨ, ਇਹ ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਕਿਸੇ ਭਾਂਡੇ ਦੇ ਵਿੱਚ ਦੁੱਧ ਪਾਈਏ, ਪਰ ਦੁੱਧ ਅਸੀਂ ਪੀ ਨਹੀਂ ਸਕਦੇ ਜੇਕਰ ਭਾਂਡੇ ਦਾ ਤਲਾ ਨਾ ਹੋਵੇ। ਭਾਂਡੇ ਦਾ ਤਲਾ ਹੋਵੇਗਾ ਫਿਰ ਹੀ ਦੁੱਧ ਟਿਕੇਗਾ ਨਾ। ਇਸੇ ਪ੍ਰਕਾਰ ਜੇਕਰ ਹਿਰਦੇ ਰੂਪੀ ਭਾਂਡੇ ਦੇ ਵਿੱਚ ਦੁੱਧ ਟਿਕਾਉਣਾ ਹੈ ਤਾਂ ਸਾਧ ਸੰਗਤ ਜੀ ਸੰਤੋਖ ਦਾ ਤਲਾ ਜਿਹੜਾ ਨਾ, ਸਾਨੂੰ ਧਾਰਨ ਕਰਨਾ ਪੈਣਾ ਹੈ। ਸਤਿਗੁਰੂ ਕਿਰਪਾ ਕਰਦੇ ਨੇ ਕਿ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ। ਹੁਣ ਹਉਮੈ ਹੰਕਾਰ ਜਿਹੜਾ ਹੈ, ਇਸ ਤੋਂ ਤੇ ਵੱਡੇ ਵੱਡੇ ਦੇਵਤੇ ਵੀ ਨਹੀਂ ਬਚ ਸਕੇ।
ब्रह्मा विष्णु महादेव त्रैगण रोगी विच हौमे कार कमाई, जिन किए तिसे न जाने बपड़े हर गुरमुख सोझी पाई। पर ਜਿਹੜੇ ਗੁਰਮੁਖ ਨੇ ਨਾ ਗੁਰੂ ਦੇ ਸਨਮੁਖ ਹੋ ਕੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਦੇ ਹਨ, ਸਾਧ ਸੰਗਤ ਜੀ, ਉਹਨਾਂ ਨੇ ਹਉਮੈ ਤੋਂ ਛੁਟਕਾਰਾ ਪ੍ਰਾਪਤ ਕਰ ਲਿਆ ਹੈ। ਫਰੀਦਾ ਗਰਭ ਜਨਾ ਵਡਿਆਈਆਂ, ਧਨ ਜੋਬਨ ਆਗਾ, ਖਾਲੀ ਚਲੇ ਧਣੀ ਸਿਉ, ਟਿੱਬੇ ਜਿਉ ਮਿਆਹ। ਭਗਤ ਫਰੀਦ ਸਾਹਿਬ ਜੀ ਬੜੀਆਂ ਸੁੰਦਰ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਂਦੇ ਨੇ ਕਿ ਭਾਈ ਸੌਣ ਭਾਦੋਂ ਦੇ ਵਿੱਚ ਮੀਂਹ ਪੈਂਦੇ ਨੇ, ਝੜੀਆਂ ਲੱਗਦੀਆਂ ਨੇ, ਪਰ ਉੱਚੇ ਉੱਚੇ ਜਿਹੜੇ ਟਿੱਬੇ ਨੇ ਨਾ, ਭਾਵੇਂ ਮੀਂਹ ਪੈਂਦਾ ਰਹਿੰਦਾ ਟਿੱਬਿਆਂ ਤੇ, ਪਰ ਫਿਰ ਵੀ ਉਹ ਟਿੱਬੇ ਜਿਹੜੇ ਨੇ ਪਾਣੀ ਤੋਂ ਸੱਖਣੇ ਰਹਿੰਦੇ ਹਨ, ਕਿਉਂਕਿ ਪਾਣੀ ਖਲਾਉਂਦਾ ਨਹੀਂ, ਉਹ ਉੱਚੇ ਨੇ। ਪਾਣੀ ਦੇ ਸਾਧ ਸੰਗਤ ਜੀ ਨਿਵਾਣ ਨੂੰ ਹੀ ਵਗਦਾ ਹੈ, ਨੀਵੀਂ ਥਾਂ ਨੂੰ ਵਗਦਾ ਹੈ। ਇਸੇ ਪ੍ਰਕਾਰ ਭਗਤ ਫਰੀਦ ਸਾਹਿਬ ਜੀ ਫਰਮਾਉਂਦੇ ਨੇ ਕਿ ਕਿਤੇ ਆਪਣੇ ਗਿਆਨ ਦਾ, ਆਪਣੀ ਸੁੰਦਰਤਾ ਦਾ, ਆਪਣੇ ਧਨ ਦੌਲਤ ਦਾ, ਕਿਸੇ ਵੀ ਚੀਜ਼ ਦਾ ਹੰਕਾਰ ਨਾ ਕਰ ਬੈਠੀ। ਨਹੀਂ ਤੇ ਫਿਰ ਜੇਕਰ ਆਪਣੇ ਮਨ ਨੂੰ ਹੰਕਾਰ ਦੇ ਵਿੱਚ ਟਿੱਬਾ ਬਣਾਏਗਾ ਨਾ, ਤਾਂ ਫਿਰ ਗੁਰੂ ਘਰ ਆ ਕੇ ਵੀ ਤੂੰ ਟਿੱਬੇ ਵਾਂਗੂ ਖਾਲੀ ਦਾ ਖਾਲੀ ਰਹਿ ਜਾਵੇਂਗਾ। ਗੁਰੂ ਦੀ ਬਾਣੀ ਦੀ ਵਰਖਾ ਸਾਧ ਸੰਗਤ ਜੀ ਸਾਡੇ ਤੇ ਹੋ ਰਹੀ ਹੈ। ਸਤਿਗੁਰੂ ਸਾਡੇ ਤੇ ਕਿਰਪਾ ਕਰ ਰਹੇ ਨੇ, ਸਤਿਗੁਰੂ ਸਾਡੇ ਤੇ ਨਿਰੰਤਰ ਆਪਣੀ ਬਾਣੀ ਦੀ ਵਰਖਾ ਕਰਦੇ ਨੇ। ਪਰ ਜੇਕਰ ਅਸੀਂ ਹਉਮੈ ਦੇ ਵਿੱਚ ਹੀ ਰਹੇ, ਹੰਕਾਰ ਦੇ ਵਿੱਚ ਹੀ ਸਾਧ ਸੰਗਤ ਜੀ ਅਸੀਂ ਆਉਂਦੇ ਰਹੇ ਗੁਰੂ ਦਰਬਾਰ, ਤਾਂ ਫਿਰ ਸਾਡਾ ਵੀ ਹਾਲ ਟਿੱਬੇ ਵਾਲਾ ਹੀ ਹੋਵੇਗਾ। ਹਾਂ ਤਿਸ ਘੋਲ ਘੁਮਾਇਆ, ਗੁਰਮੁਖ ਹਿਰਦੈ ਗਰੀਬੀ ਆਵੇ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਮੈਂ ਉਹਨਾਂ ਦੇ ਉੱਤੇ ਕੁਰਬਾਨ ਜਾਨਾ ਹਾਂ, ਗੁਰਸਿੱਖਾਂ ਦੇ ਉੱਤੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗਰੀਬੀ ਹੈ, ਭਾਵ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਿਮਰਤਾ ਹੈ। ਤਾਜ ਅਭਿਮਾਨ ਭਏ ਨਿਰਵੈਰ, ਅਭਿਮਾਨ ਛੱਡ ਕੇ, ਹਉਮੈ ਹੰਕਾਰ ਛੱਡ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਨਿਰਵੈਰ ਹੋ ਜਾਂਦੇ ਨੇ। ਉਹਨਾਂ ਦੇ ਮਨ ਦੇ ਵਿੱਚੋਂ ਈਰਖਾ, ਦਵੈਤ ਭਾਵਨਾ ਖਤਮ ਹੋ ਜਾਂਦੀ ਹੈ। ਸਾਧ ਸੰਗਤ ਜੀ, ਜੇਕਰ ਸਾਡੇ ਹਿਰਦੇ ਦੇ ਵਿੱਚੋਂ ਈਰਖਾ ਨਿਕਲ ਗਈ, ਹੰਕਾਰ, ਹਉਮੈ ਸਾਡੇ ਮਨ ਦੇ ਵਿੱਚੋਂ ਇਹ ਔਗਣ ਨਿਕਲ ਗਏ, ਤਾਂ ਫਿਰ ਸਾਡਾ ਮਨ ਵੀ ਹੌਲਾ ਫੁੱਲ ਹੋ ਜਾਵੇਗਾ। ਮੈਂ ਇੱਕ ਇਤਿਹਾਸਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਾਂ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਨ 1675 ਦੇ ਵਿੱਚ ਸਾਧ ਸੰਗਤ ਜੀ ਚਾਂਦਨੀ ਚੌਕ ਦਿੱਲੀ ਦੇ ਵਿੱਚ ਸ਼ਹੀਦ ਕੀਤਾ। ਜਦੋਂ ਔਰੰਗਜ਼ੇਬ ਮਰਿਆ ਤਾਂ ਔਰੰਗਜ਼ੇਬ ਦੇ ਪੁੱਤਰਾਂ ਦੇ ਵਿੱਚ ਹਿੰਦੁਸਤਾਨ ਦੇ ਤਖਤ ਵਾਸਤੇ ਜੰਗ ਸ਼ੁਰੂ ਹੋ ਗਈ। ਜਿਹੜਾ ਬਹਾਦਰ ਸ਼ਾਹ ਸੀ ਨਾ, ਸਭ ਤੋਂ ਵੱਡਾ ਪੁੱਤਰ ਔਰੰਗਜ਼ੇਬ ਦਾ, ਉਹ ਭਾਈ ਨੰਦ ਲਾਲ ਜੀ ਦੇ ਜ਼ਰੀਏ ਦਸ਼ਮੇਸ਼ ਪਿਤਾ ਜੀ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਸ਼ਰਧਾ ਭਾਵਨਾ, ਵਿਸ਼ਵਾਸ ਰੱਖਦਾ ਸੀ, ਪ੍ਰੇਮ ਰੱਖਦਾ ਸੀ। ਜੈਸੀ ਸੰਗਤ ਤੈਸੀ ਰੰਗਤ, ਗੁਰਮੁਖਾਂ ਦੀ ਸੰਗਤ ਕਰਕੇ ਸਾਧ ਸੰਗਤ ਜੀ ਗੁਰਮਤਿ ਦਾ ਰੰਗ ਚੜ੍ਹਦਾ ਹੈ। ਮਨਮੁਖਾਂ ਦੀ ਸੰਗਤ ਕਰਕੇ ਮਨਮਤ ਦਾ ਰੰਗ ਚੜ੍ਹਦਾ ਹੈ। ਭਾਈ ਨੰਦ ਲਾਲ ਜੀ ਦੀ ਸੰਗਤ ਕਰਕੇ ਬਹਾਦਰ ਸ਼ਾਹ ਨੂੰ ਗੁਰਮਤਿ ਦਾ ਰੰਗ ਚੜ੍ਹ ਗਿਆ। ਸਤਿਗੁਰਾਂ ਦੇ ਪ੍ਰਤੀ ਉਸ ਦੇ ਮਨ ਦੇ ਵਿੱਚ ਪ੍ਰੇਮ ਭਾਵਨਾ ਪੈਦਾ ਹੋ ਗਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਹਾਦਰ ਸ਼ਾਹ ਅਰਜ਼ ਕਰਦਾ ਹੈ, ਬੇਨਤੀ ਕਰਦਾ ਹੈ ਕਿ ਸਤਿਗੁਰੂ, ਹਿੰਦੁਸਤਾਨ ਦੇ ਤਖਤ ਦੇ ਉੱਤੇ ਮੇਰਾ ਹੱਕ ਬਣਦਾ ਹੈ। ਮੈਂ ਭਰਾਵਾਂ ਦੇ ਵਿੱਚ ਵੱਡਾ ਹਾਂ, ਪਰ ਜਿਹੜੇ ਮੇਰੇ ਛੋਟੇ ਭਰਾ ਨੇ ਉਹ ਮੇਰੇ ਨਾਲ ਬੇਫਜ਼ੂਲ ਝਗੜਾ ਪਾ ਕੇ ਬੈਠ ਗਏ ਨੇ, ਮੇਰੇ ਨਾਲ ਲੜਾਈ ਝਗੜਾ ਕਰਦੇ ਨੇ ਤਖਤ ਵਾਸਤੇ। ਤੁਸੀਂ ਮੇਰੀ ਇਮਦਾਦ ਕਰੋ, ਮੇਰੀ ਮਦਦ ਕਰੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਸ ਵੇਲੇ ਫਿਰ ਆਪਣੇ ਸਿੰਘਾਂ ਨੂੰ ਭੇਜਿਆ ਭਾਈ ਦਇਆ ਸਿੰਘ ਜੀ ਦੀ ਕਮਾਂਡ ਦੇ ਹੇਠ। ਤਾਂ ਆਗਰੇ ਦੇ ਲਾਗੇ ਜੈਜੂ ਇੱਕ ਥਾਂ ਹੈ, ਉੱਥੇ ਜੰਗ ਹੋਈ ਬਹਾਦਰ ਸ਼ਾਹ ਦੀ ਆਪਣੇ ਭਰਾ ਦੇ ਨਾਲ, ਛੋਟੇ ਭਰਾ ਦੇ ਨਾਲ। ਉਸ ਜੰਗ ਦੇ ਵਿੱਚ ਸਾਧ ਸੰਗਤ ਜੀ ਫਿਰ ਭਾਈ ਦਇਆ ਸਿੰਘ ਜੀ ਦੇ ਨਾਲ ਜਿਹੜਾ ਜਥਾ ਗਿਆ ਸੀ ਨਾ, ਉਸ ਜਥੇ ਦੇ ਵਿੱਚੋਂ ਇੱਕ ਸਿੰਘ ਨੇ ਉਸ ਦੇ ਭਰਾ ਨੂੰ ਮਾਰਿਆ। ਤਾਂ ਬਹਾਦਰ ਸ਼ਾਹ ਦੀ ਉਸ ਜੰਗ ਦੇ ਵਿੱਚ ਜਿੱਤ ਹੋ ਗਈ।
जो कि एक समय नामुमकिन लग रही सी, पर सतगुरां दी किरपा दे नाल बहादुर शाह हिंदुस्तान दे ते तख्त दे उत्ते बैठा। साध संगत जी, गुरु दे मन दे विच किसे दे प्रति कोई ईर्खा नहीं, गुरु दे सारियां दा भला करन वाला है। सतगुरु किरपा करदे हन कि भाई जदों तेरे हिरदे दे विचों हंकार निकल गया, तेरे अंदरों वैर दे नाल दुश्मनी दे नाल तेरे अंदरों ईर्खा भी साड़ा भी खत्म हो जाएगा। ते जदों ये औगण तेरे अंदरों खत्म हो गए तो फिर तेरा हिरदा शांत हो जाएगा, तेरा हिरदा ठंडा हो जाएगा। आठ पैर पूजो गुर पैर, सतगुरु किरपा करते ने कि अठे पैर गुरु का उपदेश कमाया कर। आठ पैर पूजो गुर पैर, पैर का अर्थ है कि गुरु के उपदेश को कमाना है। अठे पैर ते गुरु का उपदेश की है? गुरु रामदास पातशाह जी सानू दसदे ने भी गुरु का उपदेश की है। सतगुर फरमाउंदे ने, गुर सतगुर का जो सिख अखाए सो भल के उठर नाम ते आवे। ये उपदेश है गुरु का। उद्यम करे भल के प्रभाती, इशनान करे अमृतसर नहावे। उपदेश गुरु हर हर जब जापै, गुरु का उपदेश कमाना है। फिर चढ़े दिवस गुरबाणी गावै, बहदियां उड़दियां हर नाम ते आवे। बहदियां उड़दियां हर वेले गुरु के उपदेश नूं भाव गुरबाणी नूं साध संगत जी निरंतर जपदे रहना है। प्रभु के सिमरन का सतगुरु किरपा करते हैं कि भाई कोई खास वेला नहीं है, किसी वेले भी प्रभु का सिमरन करो, कोई बंदिश नहीं है। सतगुरां ने साध संगत जी सानू इन्हां बंदिशां दे विचों कढिया है। हर सिमरन की सगली बेला, सतगुरु फरमाउंदे ने भी किसी वेले भी भाई हर एक वेला है प्रभु का सिमरन करन दा। जे वेला वक्त विचारीए तां कित वेला भगत होए। जेकर असीं वेला वक्त विचारते रहांगे ना भी किहड़े वेले भगती करिए, तां सतगुरु फरमाउंदे ने कि कित वेला भगत होए, फिर भाई किहड़े वेले भगती करेंगा तू। हर जपदियां खिन ढिल ना कीजे मेरी जिंदड़ीए, मत के जापे सौ आवे के ना आवे राम। सतगुरु तो किरपा करते ने कि भाई हरि नूं जपदियां एक खिन दी भी देरी ना कर। जिथे भी तेनों सवास आ रहा है ना, उत्थे तू प्रभु का सिमरन कर सकता है। हर जपदियां खिन खिन भाव के एक छिन दी भी देरी ना कर। मत के जापे सौ आवे के ना आवे राम। की पता तेनों अगला सवास आना है कि नहीं आना। ये जो तेनों सवास मिले ने ना, ये सवास तेनों प्रभु का सिमरन करने वास्ते मिले ने। पर वो प्रभु जो साडी माँ के गर्भ दे विच भी रखिया करता है। सतगुर फरमाउंदे ने, माता के उदर में प्रतपाल करे सो क्यों मनो विसारीए। हे भाई प्रभु तेरी माँ के गर्भ दे विच भी रखिया करता है, पर तू प्रभु नूं विसार दिता है, उस अकाल पुरख वाहिगुरू नूं भुला दिता है। सानू ते साध संगत जी सतगुरां ने बड़ा ही सुंदर उपदेश सानू सिखां नूं बख्शिया है। सतगुरु फरमाउंदे हन, नानक सतगुर भेटिया पूरी होवे जुगत, हसंदियां खेलंदियां पैनंदियां खावंदियां विचे होवे मुगत। हे भाई हसदियां खेड़दियां पहनदियां खांदियां तुसी मुक्ति प्राप्त कर सकते हो प्रभु का सिमरन करके। साडियां सारियां बंदिशां सतगुरां ने खत्म कर दित्तियां हन। जिस तरह पुराने समय दे विच बड़ियां बंदिशां सन, अज भी कई जिहड़े अपने आप नूं धर्म दे जिम्मेवार धर्म दे राखे समझते हैं, अपने वालों बंदिशां पाउण दा यतन किया जाता है कि भाई फलाने कमरे दे विच बैठ के उस थां ते ही तुसीं नितनेम करो, तुसीं चिट्टे कपड़े पा के नितनेम करो। पर सतगुर फरमाउंदे ने कि कोई किरत भी प्रभु की भगती दे विच रुकावट नहीं बन सकती।
ਭਾਵੇਂ ਕੋਈ ਵਪਾਰੀ ਹੈ ਦੁਕਾਨ ਤੇ ਬੈਠ ਕੇ, ਭਾਵੇਂ ਕੋਈ ਫੌਜੀ ਹੈ ਆਰਮੀ ਦੇ ਵਿੱਚ ਹੈ, ਡਿਫੈਂਸ ਦੇ ਵਿੱਚ ਹੈ, ਉਹ ਬਾਰਡਰ ਤੇ ਖਲੋ ਕੇ ਕਿਸੇ ਪ੍ਰਕਾਰ ਦੀ ਵੀ ਕੋਈ ਵੀ ਭਾਵੇਂ ਕੋਈ ਕਿਰਤ ਕਰਦਾ ਹੈ, ਕੰਮ ਕਰਦਾ ਹੈ, ਸਾਧ ਸੰਗਤ ਜੀ ਉਹ ਕਿਰਤ ਵਿਹਾਰ ਕਰਦਿਆਂ ਪ੍ਰਭੂ ਦਾ ਸਿਮਰਨ ਕਰ ਸਕਦਾ ਹੈ। ਇਸ ਪ੍ਰਕਾਰ ਦੀਆਂ ਬੰਦਿਸ਼ਾਂ ਜਿਹੜੀਆਂ ਨੇ ਜੋ ਪ੍ਰਭੂ ਦੇ ਸਿਮਰਨ ਕਰਨ ਦੇ ਵਿੱਚ ਰੁਕਾਵਟ ਬਣਦੀਆਂ ਨੇ, ਸਤਿਗੁਰਾਂ ਨੇ ਸਾਨੂੰ ਇਹਨਾਂ ਸਾਰੀਆਂ ਬੰਦਿਸ਼ਾਂ ਚੋਂ ਮੁਕਤ ਕਰ ਦਿੱਤਾ ਹੈ। ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਹੇ ਭਾਈ, ਤੂੰ ਆਪਣੇ ਕਾਰ ਵਿਹਾਰ ਕਰਦਿਆਂ ਪਰਿਵਾਰ ਦੇ ਵਿੱਚ ਰਹਿ ਕੇ ਦਸਾਂ ਨੌਆਂ ਦੀ ਕਿਰਤ ਕਰਕੇ ਪ੍ਰਭੂ ਦਾ ਸਿਮਰਨ ਕਰਕੇ ਮੁਕਤੀ ਪ੍ਰਾਪਤ ਕਰ ਸਕਦਾ ਹੈ, ਵਿਕਾਰਾਂ ਤੋਂ ਵੀ ਔਰ ਜਨਮ ਮਰਨ ਦੇ ਗੇੜ ਚੋਂ ਵੀ। ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੇ ਚਿੰਤ। ਕਿਤਨਾ ਸੁੰਦਰ ਉਪਦੇਸ਼ ਬਖਸ਼ਿਆ ਸਤਿਗੁਰਾਂ ਨੇ ਸਾਨੂੰ। ਸਤਿਗੁਰੂ ਕਿਰਪਾ ਕਰਦੇ ਨੇ ਕਿ ਉਦਮ ਵੀ ਕਰ, ਮਿਹਨਤ ਵੀ ਕਰ। ਇਹ ਨਹੀਂ ਵੀ ਤੂੰ ਵਿਹਲਾ ਬੈਠਾ ਰਵੇਂ, ਇਹ ਨਹੀਂ ਵੀ ਤੂੰ ਆਪਣੇ ਪਰਿਵਾਰ ਨੂੰ ਛੱਡ ਕੇ ਤੇ ਭਗਤੀ ਕਰਨ ਵਾਸਤੇ ਆਪਣੇ ਘਰੋਂ ਨਿਕਲ ਜਾਵੇਂ, ਬਾਹਰ ਤੁਰਿਆ ਫਿਰੇ। ਆਪਣੇ ਮਾਤਾ ਪਿਤਾ ਦੇ ਪ੍ਰਤੀ, ਆਪਣੀ ਪਤਨੀ ਬੱਚਿਆਂ ਦੇ ਪ੍ਰਤੀ, ਸਮਾਜ ਦੇ ਪ੍ਰਤੀ ਵੀ ਤੇਰੇ ਫਰਜ਼ ਨੇ। ਤੂੰ ਉਦਮ ਕਰ, ਕਮਾਈ ਕਰ, ਦਸਾਂ ਨੌਆਂ ਦੀ ਕਿਰਤ ਕਰ, ਔਰ ਆਪਣੀ ਦਸਾਂ ਨੌਆਂ ਦੀ ਕਿਰਤ ਕਮਾਈ ਦੇ ਵਿੱਚੋਂ ਗਰੀਬਾਂ ਵਾਸਤੇ, ਲੋੜਵੰਦਾਂ ਵਾਸਤੇ ਤੂੰ ਦਸਵੰਧ ਕੱਢ, ਤਾਂ ਜੋ ਉਹਨਾਂ ਦਾ ਵੀ ਭਲਾ ਹੋ ਸਕੇ। ਇਸ ਕਰਕੇ ਸਭ ਤੋਂ ਪਹਿਲਾ ਕੰਮ ਜਿਹੜਾ ਸਤਿਗੁਰੂ ਜੀ ਨੇ ਸਭ ਤੋਂ ਪਹਿਲਾ ਉਪਦੇਸ਼ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਹੈ ਨਾ, ਉਹ ਹੈ ਵੀ ਭਾਈ ਤੂੰ ਉਦਮ ਕਰ। ਪਹਿਲਾ ਕੰਮ ਹੈ ਉਦਮ ਕਰਨਾ, ਮਿਹਨਤ ਕਰਨੀ, ਦਸਾਂ ਨੌਆਂ ਦੀ ਕਿਰਤ ਕਮਾਈ ਕਰਨੀ। ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪਹੁੰਚ, ਕਮਾਈ ਕਰ। ਫਿਰ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਫਿਰ ਸਤਿਗੁਰ ਫਰਮਾਉਂਦੇ ਨੇ ਕਿ ਪ੍ਰਭੂ ਦਾ ਸਿਮਰਨ ਵੀ ਕਰ, ਤੇ ਇਸ ਤਰ੍ਹਾਂ ਫਿਰ ਨਾਨਕ ਉਤਰੀ ਚਿੰਤ, ਤੇਰੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾ ਰਹੇ ਹਨ, ਅਬ ਮਤ ਬਿਨਸੀ ਦੁਸ਼ਟ ਬੇਗਾਨੀ, ਜਬ ਤੇ ਸੁਣਿਆ ਹੈ ਜਸ ਕਾਨੀ। ਰਹਾਉ ਵਾਲੇ ਪਦੇ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਦੋਂ ਦਾ ਮੈਂ ਹਰੀ ਦਾ ਜਸ ਸੁਣਿਆ ਹੈ, ਜਦੋਂ ਦੀ ਮੈਂ ਪ੍ਰਭੂ ਦੀ ਭਜਨ ਬੰਦਗੀ ਕਰਨੀ ਸ਼ੁਰੂ ਕੀਤੀ ਹੈ, ਅਬ ਮਤ ਬਿਨਸੀ ਦੁਸ਼ਟ ਬੇਗਾਨੀ, ਉਦੋਂ ਦੀ ਮੇਰੇ ਅੰਦਰੋਂ ਭੈੜੀ ਮੱਤ, ਜਿਹੜੀ ਦੁਸ਼ਟ ਮੱਤ ਸੀ ਨਾ, ਉਹ ਖਤਮ ਹੋ ਗਈ ਹੈ। ਹੁਣ ਮੇਰੇ ਹਿਰਦੇ ਦੇ ਵਿੱਚੋਂ ਇਹ ਬੁਰੇ ਜਿਹੜੇ ਭੈੜੇ ਖਿਆਲ ਸੀ ਨਾ, ਹਮੇਸ਼ਾ ਵਾਸਤੇ ਮੁੱਕ ਗਏ ਹਨ। ਸਹਿਜ ਸੁਖ ਆਨੰਦ ਨਿਧਾਨ। ਸਤਿਗੁਰੂ ਕਿਰਪਾ ਕਰਦੇ ਹਨ ਕਿ ਆਤਮਕ ਅਡੋਲਤਾ, ਮਨ ਅਡੋਲ ਹੋ ਜਾਂਦਾ ਹੈ, ਮਨ ਟਿਕ ਜਾਂਦਾ ਹੈ। ਇਸ ਨੂੰ ਆਤਮਕ ਅਡੋਲਤਾ ਕਹਿੰਦੇ ਨੇ। ਸਹਿਜ ਅਵਸਥਾ ਨੂੰ ਸਹਿਜ ਪ੍ਰਾਪਤ ਹੋ ਜਾਂਦਾ ਹੈ, ਮਨ ਖਲੋ ਜਾਂਦਾ ਹੈ, ਗੁਰੂ ਦੇ ਚਰਨਾਂ ਦੇ ਵਿੱਚ ਟਿਕ ਜਾਂਦਾ ਹੈ। ਇਹ ਆਤਮਕ ਅਡੋਲਤਾ ਹੈ। ਸਤਿਗੁਰੂ ਕਹਿ ਰਹੇ ਹਨ ਕਿ ਸਹਿਜ ਸੁਖ ਆਨੰਦ ਨਿਧਾਨ। ਆਤਮਕ ਅਡੋਲਤਾ, ਆਤਮਕ ਸੁਖ, ਆਨੰਦ ਇਹ ਪ੍ਰਾਪਤ ਹੋ ਜਾਂਦੇ ਹਨ। ਰਾਖਨਹਾਰ ਰਖ ਲੈ ਨਿਧਾਨ। ਔਰ ਰੱਖਣਹਾਰ ਪ੍ਰਭੂ ਜੋ ਹਰ ਇੱਕ ਥਾਂ ਤੇ ਸਾਡੀ ਰੱਖਿਆ ਕਰਦਾ ਹੈ, ਉਹ ਪ੍ਰਭੂ ਫਿਰ ਗੁਰਮੁਖਾਂ ਦੀ ਰੱਖਿਆ ਕਰਦਾ ਹੈ, ਗੁਰਮੁਖਾਂ ਦਾ ਸਹਾਈ ਹੁੰਦਾ ਹੈ, ਜਿਹੜੇ ਆਤਮਕ ਅਡੋਲਤਾ ਦੇ ਵਿੱਚ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਨ। ਜਿਨ੍ਹਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਗਈ ਨਾ ਸਾਧ ਸੰਗਤ ਜੀ, ਉਹਨਾਂ ਦੀ ਰੱਖਿਆ ਫਿਰ ਪ੍ਰਭੂ ਆਪ ਕਰਦਾ ਹੈ, ਫਿਰ ਉਹ ਡੋਲਦੇ ਨਹੀਂ ਹਨ। ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਬੰਦ-ਬੰਦ ਕੱਟਿਆ ਜਾ ਰਿਹਾ ਹੈ, ਔਰ 90 ਸਾਲ ਦੇ ਕਰੀਬ ਭਾਈ ਮਨੀ ਸਿੰਘ ਜੀ ਦੀ ਉਮਰ, ਪਰ ਉਹਨਾਂ ਦਾ ਮਨ ਡੋਲਿਆ ਨਹੀਂ, ਉਹ ਘਬਰਾਏ ਨਹੀਂ, ਕਿਉਂਕਿ ਉਹਨਾਂ ਦਾ ਰੱਖਣਹਾਰ, ਉਹਨਾਂ ਦੀ ਰੱਖਿਆ ਕਰਨ ਵਾਲਾ ਪ੍ਰਭੂ ਹੈ। ਉਹਨਾਂ ਦਾ ਮਨ ਡੋਲ ਹੈ, ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੈ। ਦੁੱਖ ਦਰਦ ਬਿਨਸੇ ਪੈ ਭਰਮ। ਦੁੱਖ ਦਰਦ ਸਾਧ ਸੰਗਤ ਜੀ, ਭੈ ਜਿਹੜਾ ਹੈ, ਡਰ, ਇਹ ਸਭ ਬਿਨਸ ਜਾਂਦੇ ਹਨ
ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਦਾ ਸਿਮਰਨ ਕਰਕੇ ਆਤਮਿਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਦੇ ਭੈ ਮੁੱਕ ਜਾਂਦੇ ਹਨ। ਅਸੀਂ ਪੜ੍ਹਦੇ ਹਾਂ ਨਾ ਸੁਖਮਨੀ ਸਾਹਿਬ ਦੇ ਵਿੱਚ, ਸਤਿਗੁਰ ਫਰਮਾਉਂਦੇ ਨੇ, ਨਿਰਭਉ ਜਪੈ ਸਗਲ ਭਉ ਮਿਟੈ। ਉਸ ਨਿਰਭਉ ਪਰਮਾਤਮਾ ਦਾ ਨਾਮ ਜਪਿਆ ਸਾਰੇ ਭੈ ਮੁੱਕ ਜਾਂਦੇ ਹਨ। ਆਵਣ ਜਾਣ ਰੱਖੇ ਕਰ ਕਰਮ, ਆਉਣ ਜਾਣ ਦਾ ਜਿਹੜਾ ਗੇੜ ਹੈ ਨਾ, ਇਹ ਵੀ ਗੁਰਮੁਖਾਂ ਦਾ ਮੁੱਕ ਜਾਂਦਾ ਹੈ। ਉਹ ਆਵਾਗਮਨ ਦੇ ਚੱਕਰ ਦੇ ਵਿੱਚੋਂ ਨਿਕਲ ਜਾਂਦੇ ਹਨ। ਪੇਖੈ ਬੋਲੇ ਸੁਣੇ ਸਭ ਆਪ, ਉਹ ਪ੍ਰਭੂ ਸਾਧ ਸੰਗਤ ਜੀ ਸਾਡੇ ਵਿੱਚੋਂ, ਸਾਰੇ ਜੀਵਾਂ ਦੇ ਵਿੱਚੋਂ ਆਪ ਹੀ ਵੇਖ ਰਿਹਾ, ਆਪ ਹੀ ਬੋਲ ਰਿਹਾ। ਸਤਿਗੁਰ ਕਿਰਪਾ ਕਰਦੇ ਨੇ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰਿਆਂ ਦੇ ਵਿੱਚ ਤੇ ਭਾਈ ਰਾਮ ਬੋਲ ਰਿਹਾ, ਪ੍ਰਭੂ ਬੋਲ ਰਿਹਾ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਫਰਮਾ ਰਹੇ ਹਨ ਤੀਸਰੇ ਪਦੇ ਵਿੱਚ ਕਿ ਪੇਖੇ ਬੋਲੇ ਸੁਣੇ ਸਭ ਆਪ। ਪ੍ਰਭੂ ਆਪ ਹੀ ਵੇਖਦਾ ਹੈ, ਸਾਰਿਆਂ ਦੇ ਵਿੱਚ ਆਪ ਹੀ ਬੋਲ ਰਿਹਾ ਹੈ। ਸਦਾ ਸੰਗ ਤਾਕੋ ਮਨ ਜਾਪ, ਸਦਾ ਹੀ ਸਾਡੇ ਸੰਗ ਹੈ, ਸਦਾ ਸਾਡੇ ਨਾਲ ਹੈ। ਇਸ ਕਰਕੇ ਉਸ ਪ੍ਰਭੂ ਦਾ ਨਾਮ ਜਪਿਆ ਕਰ, ਉਸ ਪ੍ਰਭੂ ਦਾ ਜਾਪ ਕਰਿਆ ਕਰ ਜਿਹੜਾ ਸਾਡੇ ਹਮੇਸ਼ਾ ਨਾਲ ਹੈ। ਸੰਤ ਪ੍ਰਸਾਦ ਭਇਓ ਪ੍ਰਗਾਸ। ਸਾਧ ਸੰਗਤ ਜੀ, ਪ੍ਰਭੂ ਦਾ ਸਿਮਰਨ ਕਰਕੇ ਪਾਪੀ ਜਿਹੜੇ ਨੇ ਉਹ ਵੀ ਪਵਿੱਤਰ ਜੀਵਨ ਵਾਲੇ ਬਣ ਗਏ। ਔਰ ਉਹਨਾਂ ਪਾਪੀਆਂ ਦੀ ਉਦਾਹਰਣ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਦਿੱਤੀ ਹੈ। ਗਨਕਾ ਜਿਹੜੀ ਇੱਕ ਵੇਸ਼ਵਾ ਸੀ, ਜੋ ਪ੍ਰਭੂ ਦਾ ਸਿਮਰਨ ਕਰਕੇ ਆਪਣੇ ਪਾਪਾਂ ਤੋਂ ਮੁਕਤ ਹੋ ਗਈ। ਭਾਈ ਗੁਰਦਾਸ ਜੀ ਨੇ ਗਨਕਾ ਦੀ ਉਦਾਹਰਣ ਦਿੱਤੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਤਰਿਓ, ਗਨਕਾ ਹੁਗਤ ਪਾਈ। ਸਤਿਗੁਰ ਫਰਮਾਉਂਦੇ ਨੇ ਕਿ ਭਾਈ ਗਨਕਾ ਪਾਰ ਹੋ ਗਈ, ਅਜਾਮਲ ਪਾਰ ਹੋ ਗਿਆ। ਭਾਈ ਗੁਰਦਾਸ ਜੀ ਨੇ ਸਾਨੂੰ ਥੋੜਾ ਵਿਸਤਾਰ ਦੇ ਵਿੱਚ ਦੱਸਿਆ ਹੈ ਗਨਕਾ ਦੇ ਪ੍ਰਤੀ ਕਿ ਗਨਕਾ ਕੌਣ ਸੀ। ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਗਨਕਾ ਵੇਸ਼ਵਾ, ਇਸ ਦਾ ਨਾਮ ਸੀ ਚੰਦਰਮੁਖੀ। ਔਰ ਇਹ ਪਾਪਾਂ ਦਾ ਹਾਰ ਇਸ ਨੇ ਆਪਣੇ ਗਲ ਦੇ ਵਿੱਚ ਪਰੋ ਲਿਆ। ਭਾਵ ਕੇ ਪਾਪ ਕਰਦੀ ਸੀ, ਦੁਸ਼ਕਰਮ ਕਰਦੀ ਸੀ, ਭੈੜੇ ਕਰਮ ਕਰਦੀ ਸੀ, ਕਾਮ ਦੇ ਵਿੱਚ ਫਸ ਗਈ। ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਚਾਣ ਚੱਕ ਗਨਕਾ ਵਾੜੇ ਆਏ ਖਲੋਤਾ। ਇੱਕ ਦਿਨ ਸਾਧ ਸੰਗਤ ਜੀ ਬੜਾ ਭਾਰੀ ਮੀਂਹ ਪੈ ਰਿਹਾ ਸੀ। ਤਾਂ ਇੱਕ ਕੋਈ ਮਹਾਂਪੁਰਸ਼ ਜਿਨ੍ਹਾਂ ਦੇ ਕੋਲ ਤੋਤਾ ਸੀ, ਤੋਤਾ ਵੀ ਰਾਮ ਰਾਮ ਜਪਦਾ ਸੀ। ਮਹਾਂਪੁਰਸ਼ਾਂ ਦੀ ਸੰਗਤ ਕਰਕੇ ਉਹ ਵੀ ਰਾਮ ਰਾਮ ਜਪਣ ਲੱਗ ਪਿਆ। ਉਹ ਮਹਾਂਪੁਰਸ਼ ਮੀਂਹ ਤੋਂ ਬਚਦੇ ਬਚਦੇ ਸ਼ਹਿਰ ਦੇ ਵਿੱਚ ਆਏ। ਸਾਰਿਆਂ ਦੇ ਦਰਵਾਜ਼ੇ ਬੰਦ ਸਨ। ਤਾਂ ਗਨਕਾ ਦੇ ਵਿਹੜੇ ਦੇ ਵਿੱਚ ਆ ਕੇ ਖਲੋ ਗਏ ਮੀਂਹ ਤੋਂ ਬਚਣ ਵਾਸਤੇ। ਉਹਨਾਂ ਦੇ ਲਿਬਾਸ ਤੋਂ ਗਨਕਾ ਨੇ ਅੰਦਾਜ਼ਾ ਲਾ ਲਿਆ ਵੀ ਇਹ ਕੋਈ ਸੰਤ ਮਹਾਂਪੁਰਸ਼ ਹਨ। ਗਨਕਾ ਨੇ ਉਹਨਾਂ ਦੀ ਸੇਵਾ ਕੀਤੀ। ਭਾਈ ਸਾਹਿਬ ਜੀ ਫਰਮਾਉਂਦੇ ਨੇ, ਮਹਾਂਪੁਰਖ ਚਾਣ ਚੱਕ ਗਨਕਾ ਵਾੜੇ ਆਏ ਖਲੋਤਾ, ਰੋਟੀ ਪਾਣੀ ਪ੍ਰਸ਼ਾਦਾ ਪਾਣੀ ਦਿੱਤਾ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ। ਮਹਾਂਪੁਰਸ਼ਾਂ ਨੇ ਸੇਵਾ ਦੇ ਉੱਤੇ ਪ੍ਰਸੰਨ ਹੋ ਕੇ ਗਨਕਾ ਦੀ ਉਸ ਨੂੰ ਤੋਤਾ ਦਿੱਤਾ ਜੋ ਰਾਮ ਰਾਮ ਜਪਦਾ ਸੀ। ਔਰ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ, ਸੂਆ ਪੜਾਵਤ ਗਨਕਾ ਤਰੀ, ਸੋਹਰ ਨੈਨੋ ਕੀ ਪੂਤਰੀ। ਸੂਆ ਦਾ ਅਰਥ ਹੈ ਤੋਤਾ। ਤੋਤੇ ਨੂੰ ਰਾਮ ਰਾਮ ਪੜਾਉਂਦਿਆਂ ਗਨਕਾ ਵੀ ਪਰਮਾਤਮਾ ਦੀ ਅੱਖਾਂ ਦੀ ਪੁਤਲੀ ਬਣ ਗਈ। ਸੋਹਰ ਨੈਨੋ ਕੀ ਪੂਤਰੀ, ਸੂਆ ਪੜਾਵਤ ਗਨਕਾ ਤਰੀ। ਸੂਆ ਭਾਵ ਤੋਤੇ ਨੂੰ ਪੜਾਉਂਦਿਆਂ ਗਨਕਾ ਵੀ ਤਰ ਗਈ ਔਰ ਪ੍ਰਭੂ ਦੀ ਪਿਆਰੀ ਬਣ ਗਈ। ਫਿਰ ਸਤਿਗੁਰ ਫਰਮਾਉਂਦੇ ਨੇ, ਗਨਕਾ ਉਦਰੀ ਹਰ ਕੈ ਤੋਤ। ਤੋਤ ਦਾ ਅਰਥ ਹੈ ਤੋਤਾ। ਗਨਕਾ ਉਧਰ ਗਈ, ਪਾਰ ਹੋ ਗਈ, ਤੋਤੇ ਦੇ ਨਾਲ ਰਾਮ ਰਾਮ ਜਪਦੀ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸਤੋਤਾ।
ਉਸ ਦੀ ਦੁਰਮਤ, ਉਸ ਦੀ ਭੈੜੀ ਮਤ ਵੇਖ ਕੇ ਨਾ ਸੰਤਾਂ ਨੇ ਵੀ ਇਸ ਦਾ ਪਾਰ ਉਤਾਰਾ ਹੋ ਜਾਵੇ, ਪਾਪਾਂ ਤੋਂ ਛੁਟਕਾਰਾ ਹੋ ਜਾਵੇ, ਮੁਕਤ ਹੋ ਜੇ, ਉਸ ਨੂੰ ਆਪਣਾ ਤੋਤਾ ਦੇ ਦਿੱਤਾ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ। ਉਸ ਨੂੰ ਫਿਰ ਰਾਮ ਨਾਮ ਦਾ, ਪ੍ਰਭੂ ਦੇ ਨਾਮ ਜਪਣ ਦਾ ਉਪਦੇਸ਼ ਦਿੱਤਾ। ਔਰ ਇਹ ਨਫੇ ਦਾ ਸੌਦਾ ਦੱਸ ਕੇ, ਫਾਇਦੇ ਦਾ ਸੌਦਾ ਦੱਸ ਕੇ, ਜਿਸ ਦੇ ਵਿੱਚ ਕਦੀ ਘਾਟਾ ਨਹੀਂ ਹੁੰਦਾ। ਦੁਨਿਆਵੀ ਸੌਦਿਆਂ ਦੇ ਵਿੱਚ ਸਾਧ ਸੰਗਤ ਜੀ ਕਿਤੇ ਵੀ ਘਾਟਾ ਹੋ ਜਾਂਦਾ ਹੈ, ਕਦੀ ਵੀ ਹੋ ਜਾਂਦਾ ਹੈ, ਕਦੀ ਵੀ ਦਿਵਾਲਾ ਨਿਕਲ ਜਾਂਦਾ ਹੈ, ਪਰ ਪ੍ਰਭੂ ਦੇ ਨਾਮ ਦੇ ਸੌਦੇ ਦੇ ਵਿੱਚ ਕਦੀ ਘਾਟਾ ਨਹੀਂ ਹੁੰਦਾ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਜਪਾਇਆ, ਉਹ ਸਾਧ ਸੰਗਤ ਜੀ ਲੋਕ ਪਰਲੋਕ ਦੇ ਵਿੱਚ ਸੁਰਖਰੂ ਹੋ ਕੇ ਜਾਂਦੇ ਨੇ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ। ਲਿਵ ਲਾਗੀ ਤਿਸ ਦੋਤਿਓ ਨਿਤ ਪੜ੍ਹਾਏ ਕਰੇ ਅਸੋਤਾ। ਭਾਈ ਸਾਹਿਬ ਜੀ ਫਰਮਾਉਂਦੇ ਨੇ ਕਿ ਤੋਤੇ ਦੇ ਨਾਲ ਰਾਮ ਰਾਮ ਜਪਦਿਆਂ ਲਿਵ ਲਾਗੀ ਤਿਸ ਤੋਤਿਓ। ਗਨਕਾ ਦੀ ਵੀ ਪ੍ਰਭੂ ਦੇ ਚਰਨਾਂ ਦੇ ਨਾਲ ਲਿਵ ਲੱਗ ਗਈ। ਪਹਿਲਾਂ ਤੇ ਜਗਰਾਤੇ ਕਰਦੀ ਸੀ, ਰਾਤ ਨੂੰ ਜਾਗਦੀ ਸੀ, ਜਗਰਾਤੇ ਕਰਦੀ ਸੀ ਭੈੜੇ ਕਰਮਾਂ ਨੂੰ, ਮਾੜੇ ਕਰਮਾਂ ਨੂੰ, ਪਾਪਾਂ ਨੂੰ। ਪਰ ਹੁਣ ਪ੍ਰਭੂ ਦੇ ਨਾਮ ਦੇ ਜਗਰਾਤੇ ਕਰਨ ਲੱਗ ਪਈ। ਹੁਣ ਪ੍ਰਭੂ ਦਾ ਨਾਮ ਜਪਣ ਲੱਗ ਪਈ। ਸਾਰੀ ਰਾਤ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੀ ਰਹਿੰਦੀ ਹੈ। ਪਤਿਤ ਉਦਾਹਰਣ ਰਾਮ ਨਾਮ ਦੁਰਮਦ ਪਾਪ ਕਲੇਵਰ ਧੋਤਾ। ਪ੍ਰਭੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਪ੍ਰਭੂ ਦਾ ਨਾਮ ਜਨਮਾਂ ਜਨਮਾਂਤਰਾਂ ਦੇ ਪਾਪਾਂ ਤੋਂ ਛੁਟਕਾਰਾ ਕਰਨ ਵਾਲਾ ਹੈ। ਅੰਤ ਕਾਲ ਜਮਜਾਲ ਤੋੜ ਨਰਕੇ ਵਿੱਚ ਨਾ ਖਾਧੋ ਸਗੋਤਾ। ਅੰਤ ਕਾਲ ਸਾਧ ਸੰਗਤ ਜੀ ਭਾਈ ਸਾਹਿਬ ਜੀ ਫਰਮਾਉਂਦੇ ਨੇ ਕਿ ਜਮਾਂ ਦਾ ਜਾਲ ਤੋੜ ਦਿੱਤਾ ਗਨਕਾ ਨੇ। ਜਮਾਂ ਦੇ ਜਾਲ ਦੇ ਵਿੱਚ ਨਹੀਂ ਫਸੀ। ਅੰਤ ਕਾਲ ਜਮਜਾਲ ਤੋੜ ਨਰਕੇ ਵਿੱਚ ਨਾ ਖਾਧੋ ਸਗੋਤਾ। ਉਸ ਨੂੰ ਗੋਤੇ ਨਹੀਂ ਖਾਣੇ ਪਏ ਨਰਕਾਂ ਦੇ ਸਮੁੰਦਰ ਦੇ ਵਿੱਚ। ਪਾਰ ਹੋ ਗਈ, ਤਰ ਗਈ। ਗਈ ਬੈਕੁੰਠ ਵਿਭਾਣ ਥਾਉ ਨਥਾਵੇਂ ਮਾਣ ਮਣੋਤਾ। ਵਿਭਾਣ ਦੇ ਉੱਤੇ ਚੜ ਕੇ ਸੱਚਖੰਡ ਨੂੰ ਗਈ, ਬੈਕੁੰਠ ਨੂੰ ਗਈ, ਸੱਚਖੰਡ ਨੂੰ। ਵਿਭਾਣ ਦੇ ਉੱਤੇ ਚੜ ਕੇ ਥਾਉ ਨਥਾਵੇਂ ਮਾਣ ਮਣੋਤਾ। ਕਿਉਂਕਿ ਭਾਈ ਸਾਹਿਬ ਜੀ ਫਰਮਾਉਂਦੇ ਨੇ ਕਿ ਪ੍ਰਭੂ ਦਾ ਨਾਮ ਨਥਾਵਿਆਂ ਨੂੰ ਥਾਂ ਦੇਣ ਵਾਲਾ ਹੈ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦੀ ਵਡਿਆਈ ਹੈ। ਭਾਈ ਸਾਹਿਬ ਜੀ ਫਰਮਾਉਂਦੇ ਨੇ ਕਿ ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੋਸਾਈ। ਬਨਾਰਸ ਦੇ ਵਿੱਚ ਕਬੀਰ ਸਾਹਿਬ ਬਨਾਰਸ ਦੇ ਰਹਿਣ ਵਾਲੇ ਸਨ। ਔਰ ਬਨਾਰਸ ਦੇ ਵਿੱਚ ਹੀ ਭਗਤ ਰਾਮਾਨੰਦ ਜੀ ਰਹਿੰਦੇ ਸਨ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਬਦ ਹੈ ਭਗਤ ਰਾਮਾਨੰਦ ਜੀ ਦਾ। ਭਗਤ ਰਾਮਾਨੰਦ ਜੀ ਬ੍ਰਾਹਮਣ ਸਨ। ਔਰ ਕਬੀਰ ਸਾਹਿਬ ਜੀ ਨੂੰ ਲੋਕ ਨੀਵੀਂ ਜਾਤ ਵਾਲਾ ਸਮਝਦੇ ਸਨ। ਪਰ ਸਾਧ ਸੰਗਤ ਜੀ ਗੁਰਬਾਣੀ ਜਾਤ ਪਾਤ ਨੂੰ ਨਹੀਂ ਮੰਨਦੀ। ਸਤਿਗੁਰੂ ਦੇ ਫਰਮਾਉਂਦੇ ਨੇ ਖਸਮ ਵਿਸਾਰੈ ਤੇ ਕਮਜਾਤ ਨਾਨਕ ਨਾਵੇਂ ਬਾਜ ਸਨਾਤ। ਖਸਮ ਵਿਸਾਰੈ ਤੇ ਕਮਜਾਤ। ਭੈੜੀ ਜਾਤ ਵਾਲਾ ਕੌਣ ਹੈ? ਕਮਜਾਤ ਕੌਣ ਹੈ? ਕਮਜਾਤ ਭੈੜੀ ਜਾਤ ਵਾਲਾ ਉਹ ਹੈ ਜਿਸ ਨੇ ਖਸਮ ਨੂੰ ਵਿਸਾਰ ਦਿੱਤਾ ਹੈ, ਜਿਸ ਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ। ਕਬੀਰ ਸਾਹਿਬ ਜੀ ਵੀ ਬਨਾਰਸ ਦੇ ਵਿੱਚ ਰਹਿੰਦੇ ਸਨ। ਕਬੀਰ ਸਾਹਿਬ ਜੀ ਪੂਰਨ ਗੁਰੂ ਨੂੰ ਧਾਰਨ ਕਰਨਾ ਚਾਹੁੰਦੇ ਸਨ, ਪਰ ਪੂਰਾ ਗੁਰੂ ਇਹਨਾਂ ਨੂੰ ਲੱਭ ਨਹੀਂ ਸੀ ਰਿਹਾ। ਫਿਰ ਕਿਸੇ ਨੇ ਦੱਸਿਆ ਕਿ ਭਗਤ ਰਾਮਾਨੰਦ ਜੀ ਹਨ ਜੋ ਪੂਰਨ ਗੁਰੂ ਹਨ। ਪਰ ਕਬੀਰ ਸਾਹਿਬ ਸੋਚਦੇ ਸਨ ਕਿ ਭਗਤ ਰਾਮਾਨੰਦ ਜੀ ਉੱਚੀ ਜਾਤ ਦੇ ਨੇ, ਪਤਾ ਨਹੀਂ ਮੈਨੂੰ ਆਪਣਾ ਚੇਲਾ ਬਣਾਉਣ ਕਿ ਨਾ ਬਣਾਉਣ। ਭਗਤ ਰਾਮਾਨੰਦ ਜੀ ਦਾ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਬਦ ਹੈ, ਕਤ ਜਾਈਐ ਰੇ ਕਰ ਲਾਗੋ ਰੰਗ ਮੇਰਾ ਜਿਤਨਾ ਚਲੇ ਮਨ ਭਇਓ ਭੰਗ। ਇਹ ਪਾਵਨ ਸ਼ਬਦ ਹੈ ਭਗਤ ਰਾਮਾਨੰਦ ਜੀ ਦਾ। ਤਾਂ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੋਸਾਈ। ਭਗਤ ਰਾਮਾਨੰਦ ਜੀ ਮਾਇਆ ਤੋਂ ਉਦਾਸ ਨੇ, ਮਾਇਆ ਤੋਂ ਨਿਰਲੇਪ ਨੇ, ਬਨਾਰਸ ਦੇ ਵਿੱਚ ਰਹਿੰਦੇ ਨੇ। ਬੜਾ ਸਤਿਕਾਰ ਇਹਨਾਂ ਦਾ ਬਨਾਰਸ ਦੇ ਵਿੱਚ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ। ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ, ਨਿਤ ਅੰਮ੍ਰਿਤ ਵੇਲੇ ਉੱਠ ਕੇ ਰਾਮਾਨੰਦ ਜੀ ਗੰਗਾ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਨੇ। ਅੱਗੋਂ ਹੀ ਦੇ ਜਾਏ ਕਹਿ ਲੰਮਾ ਪਿਆ ਕਬੀਰ ਤਥਾਈ। ਕਬੀਰ ਸਾਹਿਬ ਜੀ ਨੇ ਸਾਧ ਸੰਗਤ ਜੀ ਇੱਕ ਦਿਨ ਕੀ ਕੀਤਾ ਵੀ ਜਿਸ ਰਸਤੇ ਤੋਂ ਰਾਮਾਨੰਦ ਜੀ ਜਾਂਦੇ ਸਨ ਨਾ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ,
उस पग डंडी दे विच, उस रस्ते दे विच जिस पग डंडी ते जांदे सन रामानंद जी, उस रस्ते दे विच लम्मे पै गए, लेट गए भी सवेरे अमृत वेले रामानंद जी आउणगे, उन्हां दी चरण छूह दे नाल मैनूं कोई गुरमंत्र देणगे, मैनूं कोई उपदेश करनगे, मैनूं अपना सिख बनाउणगे। तां भाई साहब जी फरमाउंदे ने कि पैरी टुंब उठा लिया बोलो राम सिख समझाई। जदों रामानंद जी आए, उन्होंने वेख्या भी कोई रस्ते दे विच लम्मा पिया होया है, अमृत वेला सी। रामानंद जी दे मुखार बिंद तो सहज सुभाए वचन निकलिया कि उठ भाई सिखा, राम जप, ये अमृत वेला है, अमृत वेले सौण का काम नहीं, अमृत वेले प्रभु का सिमरन कर। पैरी टुंब उठा लिया बोलो राम सिख समझाई। इस तरह गुरमंत्र भी मिल गया कबीर साहब नूं, क्योंकि रामानंद जी ने आख्या भी राम जप, गुरमंत्र भी मिल गया। और गुरमंत्र तो गुरु दिंदा है ना, गुरु भी बन गए रामानंद जी, और गुरमंत्र भी उन्होंने प्राप्त हो गया, राम राम जपन लग पे। पैरी टुंब उठा लिया बोलो राम सिख समझाई, जे लोहा पारस छुए चंदन वास निम महकाई। भाई साहब जी फरमाउंदे ने खेड वरत गई। जिस तरह पारस नूं छू के लोहा जिहड़ा सोना बन जाता है, जिस तरह चंदन की संगत करके निम दे विचों भी चंदन वर्गी खुशबू होने लग जाती है, इस तरह साध संगत जी कबीर साहब जी भी सोना बन गए। अब तो जाए चढ़े सिंघासन मिले है सारंग पानी, राम कबीरा एक भय है कोई ना सके पछानी। हुण ते राम राम जपदे आ, गुरमंत्र प्राप्त करके गुरु तो रामानंद जी तो, हुण ते राम राम जपदे आ, राम दा ही रूप हो गए। तू तू करता तू हुआ मुझ में रहा ना हूँ, जब आपा पर का मिट गया जद देखा तत तू। साध संगत जी होमे हंकार तो छुटकारा हो गया कबीर साहब का। तो भाई साहब जी फरमाउंदे ने राम कबीर है भेद ना भाई, फिर राम दे विच ते कबीर दे विच कोई भेद ना रह गया, कोई फर्क ना रह गया। सतगुरु किरपा करते हैं, संत प्रसाद भयो प्रगास। गुरु की किरपा के नाल ही साध संगत जी हिरदे दे विच प्रकाश होंदा है ज्ञान का। गुरु तो बगैर हिरदे विच प्रकाश नहीं होंदा। जे सो चंदा उगवे सूरज चढ़े हजार, भावें हजारां सूरजां का प्रकाश हो जे, दुनियावी ज्ञान तो असीं इकट्ठा कर लांगे, पर गुरबाणी का प्रकाश साडे हिरदे विच नहीं आउणा जेकर असीं गुरु धारण ना करांगे, गुरु ग्रंथ साहिब जी नूं समर्पित ना होवांगे। जे सो चंदा उगवे सूरज चढ़े हजार, इत्ते चानण हुंदियां गुरबिन घोर अंधार। अज दीन दुनिया के मालक सतगुरु गुरु ग्रंथ साहिब सच्चे पातशाह जी का संपूर्णता दिवस है। साध संगत जी आप जी के ज्ञात वास्ते मैं अर्ज करा, गुरु ग्रंथ साहिब सतगुरां दे संदर्भ दे विच साल दे विच 3 पुरब आउंदे ने। एक तो अगले महीने आ रहा है 16 सितंबर नूं पहला प्रकाश पुरब गुरु ग्रंथ साहिब जी का, जो सन 1604 दे विच गुरु अर्जन देव पातशाह जी ने पहला प्रकाश किया सी। बाबा बुढ़ा जी नूं हैड ग्रंथी की सेवा बख्शी सी, मुख ग्रंथी की श्री दरबार साहब दे। वो पहला प्रकाश पुरब है, वो अगले महीने 16 सितंबर नूं आ रहा है। फिर 15 नवंबर नूं साध संगत जी गुरु ग्रंथ साहिब जी का गुरगद्दी दिवस है, और अज गुरु ग्रंथ साहिब जी का संपूर्णता दिवस है। जिस वेले गुरु गोबिंद सिंह पातशाह जी तख्त श्री दमदमा साहिब तलवंडी साहबों बठिंडे पहुँचे ना, तो जंगा युद्धां तो वेले होकर सतगुरां ने अपना कमर कस्सा खोलिया। सिखां ने सतगुरां नूं दशमेश पातशाह जी के चरणों के बेनती की, सतगुरु पहलां तो जंग युद्ध चलते सन, आनंदपुर साहब, फिर चमकौर की गढ़ी, फिर माछीवाड़े, हुण किरपा करो सानू गुरबाणी की संथ्या कराओ, सानू गुरबाणी का अर्थ बोध कराओ। तो साध संगत जी फिर सतगुरां ने सिखां नूं करतारपुर भेजिया धीर मलियां दे कोल कि जाओ करतारपुर जाके गुरु ग्रंथ साहिब जी का पावन स्वरूप बड़े सत्कार दे नाल लैके आओ।
ਪਰ ਸਾਧ ਸੰਗਤ ਜੀ ਧੀਰ ਮਲੀਆਂ ਨੇ ਇਹ ਕਹਿੰਦਿਆਂ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸਾਨੂੰ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਪਾਵਨ ਸਰੂਪ ਬਖਸ਼ਿਸ਼ ਕੀਤਾ ਸੀ। ਜੇਕਰ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰੂ ਹਨ, ਜੇਕਰ ਉਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹਨ, ਤਾਂ ਉਹ ਆਪ ਸਰੂਪ ਲਿਖ ਲੈਣ ਜਾਂ ਲਿਖਵਾ ਲੈਣ। ਤਾਂ ਸਾਧ ਸੰਗਤ ਜੀ ਫਿਰ ਉਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਔਰ ਇਸ ਪਾਵਨ ਸਰੂਪ ਨੂੰ ਸਾਧ ਸੰਗਤ ਜੀ ਇਸ ਬਾਣੀ ਨੂੰ ਸੰਪੂਰਨ ਕੀਤਾ। ਜੋ ਅੱਜ ਅਸੀਂ ਇਹ ਪਵਿੱਤਰ ਦਿਹਾੜਾ ਮਨਾ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਔਰ ਜਿਸ ਵੇਲੇ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਗੱਦੀ ਬਖਸ਼ੀ ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਫਿਰ ਹੁਕਮ ਕਰ ਦਿੱਤਾ ਕਿ ਭਾਈ ਆਗਿਆ ਪਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਵੋਚ ਹੈ, ਖੋਜ ਸ਼ਬਦ ਮੈਂ ਲੇ। ਜਿਸ ਕਿਸੇ ਨੇ ਭਾਈ ਮੇਰੇ ਨਾਲ ਗੱਲਾਂ ਕਰਨੀਆਂ ਨੇ ਨਾ, ਉਹ ਗੁਰਬਾਣੀ ਪੜ੍ਹੇ। ਗੁਰਬਾਣੀ ਪੜ੍ਹਨੀ ਭਾਵ ਗੁਰੂ ਦੇ ਨਾਲ ਗੱਲਾਂ ਕਰਨੀਆਂ। ਪਰ ਗੁਰਬਾਣੀ ਦੇ ਉੱਤੇ ਸਾਧ ਸੰਗਤ ਜੀ ਕਿੰਤੂ ਪਰੰਤੂ ਕਦੇ ਨਹੀਂ ਕਰਨਾ, ਸ਼ੰਕਾ ਕਦੇ ਨਹੀਂ ਕਰਨਾ। ਅੱਜ ਅਸੀਂ ਗੁਰਬਾਣੀ ਦੇ ਉੱਤੇ ਵੀ ਸ਼ੰਕਾ ਕਰੀ ਜਾ ਰਹੇ ਹਾਂ, ਇਤਿਹਾਸ ਦੇ ਉੱਤੇ ਸ਼ੰਕਾ ਕਰੀ ਜਾ ਰਹੇ ਹਾਂ। ਪਰ ਸਤਿਗੁਰ ਫਰਮਾਉਂਦੇ ਨੇ ਭਾਈ ਬਾਣੀ ਦੇ ਉੱਤੇ ਸ਼ੰਕਾ ਨਹੀਂ ਕਰਨਾ, ਕਿਉਂਕਿ ਧੁਰ ਕੀ ਬਾਣੀ ਆਈ, ਤੇਰੇ ਸਗਲੀ ਚਿੰਤ ਮਿਟਾਈ। ਇਹ ਬਾਣੀ ਧੁਰੋਂ ਆਈ ਹੋਈ ਹੈ, ਇਹ ਪ੍ਰਭੂ ਦੀ ਦਰਗਾਹ ਤੋਂ ਆਈ ਹੋਈ ਹੈ। ਔਰ ਸਾਧ ਸੰਗਤ ਜੀ ਵੇਖੋ ਕਿਤਨੀ ਨਿਮਰਤਾ ਹੈ ਸਤਿਗੁਰਾਂ ਦੀ। ਸਤਿਗੁਰਾਂ ਨੇ ਬਾਣੀ ਦੇ ਉੱਤੇ ਆਪਣਾ ਦਾਅਵਾ ਨਹੀਂ ਕੀਤਾ। ਸਤਿਗੁਰ ਕਹਿੰਦੇ ਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਸਤਿਗੁਰ ਕਹਿੰਦੇ ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਹੁਕਮਾਓ ਜੀਓ। ਮੈਂ ਤੇ ਪ੍ਰਭੂ ਦੇ ਹੁਕਮ ਦੇ ਵਿੱਚ ਇਹ ਬਾਣੀ ਉਚਾਰਨ ਕਰ ਰਿਹਾ ਹਾਂ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੂੰਹ ਕਢਾਏ। ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਇਹ ਬਾਣੀ ਉਚਾਰਨ ਕਰਾਈ ਹੈ। ਇਸ ਕਰਕੇ ਭਾਈ ਨਾ ਤੇ ਗੁਰਬਾਣੀ ਦੇ ਉੱਤੇ ਕਿੰਤੂ ਪਰੰਤੂ ਕਰਿਆ ਕਰੀਏ ਤੇ ਨਾ ਇਤਿਹਾਸ ਦੇ ਉੱਤੇ ਕਰੀਏ। ਇਤਿਹਾਸ ਨੂੰ ਅਸੀਂ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖ ਸਕਦੇ ਹਾਂ, ਪਰ ਅਸੀਂ ਫੈਸ਼ਨ ਨਾ ਬਣਾ ਲਈਏ ਇਤਿਹਾਸ ਦੇ ਉੱਤੇ, ਹਰ ਇੱਕ ਸਾਖੀ ਦੇ ਉੱਤੇ ਅਸੀਂ ਕਿੰਤੂ ਪਰੰਤੂ ਕਰੀ ਜਾਈਏ। ਸਾਧ ਸੰਗਤ ਜੀ, ਜੇਕਰ ਗੁਰਬਾਣੀ ਸਾਡੀ ਆਤਮਾ ਹੈ, ਇਤਿਹਾਸ ਸਰੀਰ ਹੈ। ਗੁਰਬਾਣੀ ਆਤਮਾ ਹੈ, ਆਤਮਾ ਤੋਂ ਬਗੈਰ ਸਾਧ ਸੰਗਤ ਜੀ ਸਰੀਰ ਤੁਰ ਫਿਰ ਨਹੀਂ ਸਕਦਾ, ਆਤਮਾ ਤੋਂ ਬਗੈਰ ਸਰੀਰ ਚੱਲ ਨਹੀਂ ਸਕਦਾ। ਸਤਿਗੁਰੂ ਕਿਰਪਾ ਕਰਦੇ ਹਨ, ਸੰਤ ਪ੍ਰਸਾਦ ਭਇਓ ਪ੍ਰਗਾਸ। ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਇਸ ਕਰਕੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਸਤਿਗੁਰ ਫਰਮਾਉਂਦੇ ਨੇ ਮੈਂ ਬਲਿਹਾਰੇ ਜਾਣਾ ਹਾਂ ਆਪਣੇ ਗੁਰੂ ਦੇ, ਜਿਸ ਨੇ ਸਾਨੂੰ ਮਨੁੱਖਾਂ ਤੋਂ ਦੇਵਤਾ ਬਣਾ ਦਿੱਤਾ ਹੈ। ਇੱਕ ਛਿਨ ਦੇ ਵਿੱਚ ਹੀ ਪੂਰ ਰਹੇ ਏਕੈ ਗੁਣਤਾਸ। ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਸਾਧ ਸੰਗਤ ਜੀ, ਤਾਂ ਫਿਰ ਉਹ ਪ੍ਰਭੂ ਹੀ ਸਾਨੂੰ ਸਰਬ ਵਿਆਪਕ ਦਿਸਣ ਲੱਗ ਪੈਂਦਾ ਹੈ। ਹਰ ਇੱਕ ਦੇ ਵਿੱਚ ਉਹ ਪ੍ਰਭੂ ਸਾਨੂੰ ਫਿਰ ਦਿਖਾਈ ਦੇਣ ਲੱਗ ਪੈਂਦਾ ਹੈ। ਕਹਿਤ ਪਵਿੱਤਰ ਸੁਣਤ ਪੁਨੀਤ। ਪ੍ਰਭੂ ਦਾ ਨਾਮ ਕਹਿੰਦਿਆਂ ਸੁਣਦਿਆਂ ਸਾਡਾ ਹਿਰਦਾ ਜਿਹੜਾ ਹੈ ਨਾ ਸਰੀਰ ਦੇ ਸਮੇਤ ਪਵਿੱਤਰ ਹੋ ਜਾਂਦਾ ਹੈ। ਗੁਣ ਗੋਬਿੰਦ ਗਾਵੇ ਨਿਤ ਨੀਤ। ਉਸ ਗੋਬਿੰਦ ਦੇ ਗੁਣ ਨਿਤ ਹਮੇਸ਼ਾ ਹਰ ਵੇਲੇ ਗਾਉਂਦੇ ਰਹਿਣਾ ਚਾਹੀਦਾ ਹੈ। ਕਹੋ ਨਾਨਕ ਜਾ ਕੋ ਹੋ ਕਿਰਪਾਲ। ਹੇ ਨਾਨਕ, ਜਿਸ ਮਨੁੱਖ ਉੱਤੇ ਪ੍ਰਭੂ ਕਿਰਪਾਲ ਹੁੰਦਾ ਹੈ, ਦਿਆਲ ਹੁੰਦਾ ਹੈ, ਮਿਹਰਬਾਨ ਹੁੰਦਾ ਹੈ, ਤਿਸ ਜਨ ਕੀ ਸਭ ਪੂਰਨ ਘਾਲ।
उस जन की उस सेवक की सारी घालना जिहड़ी है ना, जो वो धर्म के रस्ते के उत्ते तुरिया है, सेवा कीती है, गुरु का हुक्म मन्निया, उपदेश कमाया है, वो सारी घालना साध संगत जी उसकी पूरी हो जाती है, थाएं पै जाती है। पतित पावन हर बिरद सदाए, एक तिल नहीं भन्ने घाले। सतगुर फरमाउंदे ने कि एक तिल जिन्नी घालना भी जिहड़ी है ना, वो व्यर्थ नहीं जाती जेकर असी गुरु के रस्ते के उत्ते तुरांगे। साध संगत जी कदी मन दे विच इस प्रकार का ख्याल नहीं लियाउणा कि पता नहीं मेरी ये कीती हुई भजन बंदगी जिहड़ी है इस नूं कोई फल लगना कि नहीं लगना। असी प्रभु का सिमरन कर रहे हाँ, सब तो वड्डा इहो ही फल है कि साडा ध्यान गुरु के चरणों के नाल जुड़िया होया है। साध संगत जी सतगुरु जी किरपा करन, सानू सारिਆਂ ਨੂੰ नाम की दात बख्शण, साडा भी जीवन गुरु के चरणों के नाल जुड़ के गुरु के लेखे लग जावे। सो इतनिया क विचारां करदा होया दास खिमा दा जाचक है। जिन्हां ने खंडे बाटे दा अमृत नहीं छकिया, खंडे बाटे दा अमृत छको, गुरु वाले बनो। सतगुरु धन धन गुरु हरकृष्ण साहब सच्चे पातशाह जी, जिन्हां दी वडियाई दे विच गुरु गोबिंद सिंह पातशाह जी दसम ग्रंथ दे विच फरमाउंदे ने, श्री हरकृष्ण ध्याईऐ जिस डिठे सब दुख जाए, जिस डिठे सब दुख जाए, तेग बहादुर सिमरिया कर नौन दे आवे धाए, सब थाई होए सहाय। सतगुरु गुरु हरकृष्ण साहब सच्चे पातशाह जी का कोटान कोट धन्नवाद, जिन्हां ने साध संगत जी आप अपनी पवित्र गुरबाणी की व्याख्या सीस के उत्ते हथ रख के व्याख्या करौनी की। कोटान कोट धन्नवाद धन धन गुरु ग्रंथ साहब सच्चे पातशाह जी का, आप समूह साध संगत का और सिंह साहब जी का धन्नवाद। भुला चुका दी खिमा जी। वाहिगुरू जी का खालसा, वाहिगुरू जी की फतेह।